ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ। 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 2 ਦੂਜਾ ਪਿੰਨਾ ਅਤੇ ਦਸ਼ਮਲਵ, ਉਸ ਦਾ ਅਭਿਆਸ ਨੰਬਰ 2.6 ਤੇ ਉਸਦੇ 7 ਸਵਾਲ ਨੇ। ਉਹ 70 ਦੇ 70 ਸਵਾਲ ਅਸੀਂ ਇਸ ਵੀਡੀਓ 'ਚ ਕਰਨ ਜਾ ਰਹੇ ਹਾਂ। ਸੋ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ ਅਤੇ ਜਿਹੜੇ ਹੱਲ ਤੁਹਾਡੇ ਲਈ ਕੀਤੇ ਗਏ ਹਨ ਉਹਨਾਂ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲਓ। ਪਰ ਪਿਆਰੇ ਵਿਦਿਆਰਥੀਓ, ਵੀਡੀਓ ਦੇਖ ਕੇ ਤਸੱਲੀ ਨਹੀਂ ਕਰਨੀ, ਬਾਅਦ ਵਿੱਚੋਂ ਸਾਰੇ ਸਵਾਲ ਬਿਨਾਂ ਦੇਖੇ ਆਪਣੇ ਆਪ ਤੁਸੀਂ ਕਰਨੇ ਨੇ ਅਤੇ ਆਪਣੇ ਉੱਤਰਾਂ ਦਾ ਮਿਲਾਨ ਕਰਨਾ ਹੈ। ਸੋ ਸ਼ੁਰੂ ਕਰੀਏ। ਅੱਗੇ ਵਧਣ ਤੋਂ ਪਹਿਲੇ ਮੈਂ ਚੇਤਾ ਕਰਾ ਦਵਾਂ ਕਿ ਇਸੀ ਚੈਨਲ ਦੇ ਉੱਤੇ ਤੁਹਾਡੀ 7th ਇੰਗਲਿਸ਼ ਨਾਮ ਦੀ ਪਲੇਲਿਸਟ ਹੈ, ਜਿਹਦੇ ਵਿੱਚ ਤੁਹਾਡੀ 7ਵੀਂ ਦੀ ਕਿਤਾਬ ਮਾਈ ਇੰਗਲਿਸ਼ ਕੰਪੇਨੀਅਨ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ। ਸੋ ਤੁਸੀਂ ਉਹਦਾ ਲਾਹਾ ਵੀ ਲੈ ਸਕਦੇ ਹੋ। ਸੋ ਪਹਿਲਾ ਸਵਾਲ ਹੈ ਬੱਚਿਓ, ਹੇਠ ਲਿਖਿਆਂ ਦਾ ਗੁਣਨਫਲ ਪਤਾ ਕਰੋ। ਇਹ ਸਵਾਲ ਜ਼ਬਾਨੀ ਵੀ ਕੀਤੇ ਜਾ ਸਕਦੇ ਨੇ, ਪਰ ਮੈਂ ਇੱਦਾਂ ਸਟੈਪ ਨਾਲ ਕੀਤੇ ਨੇ ਤਾਂ ਕਿ ਤੁਹਾਨੂੰ ਉਹਦਾ ਸਿਧਾਂਤ ਪਤਾ ਲੱਗ ਜਾਵੇ। ਸੋ ਬੱਚਿਓ, 1.31 ਨੂੰ ਗੁਣਾ ਕਰਨਾ ਹੈ 10 ਦੇ ਨਾਲ। ਜਦੋਂ ਇੱਦਾਂ 10, 100 ਅਰਥਾਤ ਜਿੱਥੇ ਸਿਰਫ ਇੱਕ ਹੋਵੇ ਤੇ ਨਾਲ ਸਿਫਰ ਹੋਣ, ਉਹਨਾਂ ਗੁਣਾ ਕਰਨਾ ਬੜਾ ਸੌਖਾ ਹੁੰਦਾ। ਜਿੰਨੇ ਸਿਫਰ ਹੋਣ ਉਹਨਾਂ ਦਸ਼ਮਲਵ ਸੱਜੇ ਪਾਸੇ ਨੂੰ ਖਿਸਕ ਜਾਂਦਾ ਹੈ। ਅਰਥਾਤ 1.31 ਹੈ ਨਾ, ਦੇਖੋ ਇੱਕ ਸਿਫਰ ਹੈ, ਸੋ ਦਸ਼ਮਲਵ ਇੱਕ ਇੱਧਰ ਆ ਜਾਏਗਾ ਤੇ ਆਂਸਰ ਸਿੱਧਾ 13.1 ਆ ਗਿਆ। ਪਰ ਅਸੀਂ ਇੱਦਾਂ ਦੇਖਣਾ ਵੀ ਇੱਦਾਂ ਕਰਨਾ ਕਿੱਦਾਂ। ਜਦੋਂ 1.31 ਦੋ ਹੈਗੇ ਨੇ, ਦਸ਼ਮਲਵ ਤੋਂ ਬਾਅਦ ਦੋ ਹੈਗੇ ਨੇ, ਦੇਖੋ ਇੱਕ 3 ਤੇ ਇੱਕ 1, ਅਰਥਾਤ 2 ਅੰਕ ਨੇ। ਸੋ 2 ਅੰਕ ਦਾ ਮਤਲਬ ਹੈ 2 ਸਿਫਰ, ਅਰਥਾਤ ਦਸ਼ਮਲਵ ਹਟਾ ਕੇ 131/100 ਕਰ ਦੇਣਾ ਤੇ ਗੁਣਾ ਬਣ ਗਿਆ 10। ਤੇ ਹੁਣ ਕੀ ਹੋਇਆ ਬੱਚਿਓ, ਇਹ ਦੇਖੋ ਇਹ 10 ਦੇ ਨਾਲ ਇੱਕ ਸਿਫਰ ਕੱਟ ਗਿਆ, ਠੀਕ ਹੈ। ਸੋ ਇਹ ਕੀ ਬਣ ਗਿਆ 131/10। ਤੇ ਹੁਣ ਇੱਕ ਸਿਫਰ ਹੈ ਤੇ ਇੱਥੋਂ ਦੀ ਮੁੜ ਕੇ ਸੱਜੇ ਪਾਸੋਂ ਗਿਣਤੇ ਹੋਏ ਅਸੀਂ ਕਰਾਂਗੇ 1 ਤੋਂ ਬਾਅਦ, 1 ਤੋਂ ਪਹਿਲਾਂ 3 ਤੋਂ ਬਾਅਦ ਸਿਫਰ ਆ ਗਿਆ। ਸੋ ਇਦਾਂ ਇਹ ਜਿਹੜਾ ਹੈ ਸਟੈਪ ਬਾਈ ਸਟੈਪ ਮੈਂ ਇੱਕ ਕਰ ਦਿੱਤਾ, ਬਾਕੀ ਇਸਨੂੰ ਛੇਤੀ ਕਰਾਂਗੇ, ਨਹੀਂ ਤੇ ਫਿਰ ਸਾਡਾ ਵੀਡੀਓ ਲੰਬਾ ਹੋ ਜਾ ਰਿਹਾ। 25.7 ਇੱਕ ਅੰਕ ਹੈਗਾ, ਸੋ 257/10 ਇੱਕ ਸਿਫਰ ਆਏਗਾ। ਸੋ ਇਹਦੇ ਸਿੱਧੇ 10 ਦੇ ਨਾਲ 10 ਕੱਟ ਗਿਆ ਤੇ ਬਾਕੀ ਬਚਿਆ 257, ਆਂਸਰ ਆ ਗਿਆ। ਫਿਰ ਹੈਗਾ 1.01 ਨੂੰ 100 ਨਾਲ ਗੁਣਾ ਕਰਨਾ ਹੈ। ਹੁਣ ਦੇਖੋ 1 2 ਤੇ ਮੈਂ ਸਿੱਧੇ ਚੱਕ ਕੇ 1 2 101 ਆਂਸਰ ਆ ਗਿਆ। ਇਹ ਦਸ਼ਮਲਵ ਇਸ ਤੋਂ ਬਾਅਦ ਆ ਜਾਏਗਾ। ਅਖੀਰਲੇ ਅੰਕ ਤੋਂ ਬਾਅਦ ਦਸ਼ਮਲਵ ਦਾ ਕੋਈ ਮਤਲਬ ਹੀ ਨਹੀਂ ਹੁੰਦਾ, ਉਹ ਲਾਓ ਭਾਵੇਂ ਨਾ ਲਾਓ। ਤੇ ਜੇ ਹੁਣ ਇੱਕ ਸਟੈਪ ਬਾਈ ਸਟੈਪ ਕਰਨਾ ਹੈ, ਪੜਾਅ ਦਰ ਪੜਾਅ ਕਰਨਾ ਹੈ, ਤੇ ਇਹਨੂੰ 101 ਲਿਖਾਂਗੇ। ਇੱਥੇ 1 ਤੇ 2 ਹੈਗਾ, 100/100 ਕਰ ਦਾਂਗੇ। 100 ਦੇ ਨਾਲ 100 ਕੱਟ ਗਿਆ ਤੇ ਬਾਕੀ ਬਚਿਆ 101, ਆਂਸਰ ਆ ਗਿਆ। ਫਿਰ ਆ ਗਿਆ 0.45, ਇਹ ਵੀ ਸੌਖਾ ਹੈ। ਦੇਖੋ 0.45 ਦਾ ਮਤਲਬ ਹੈ 4 ਤੇ 5 ਤੋਂ 45, 45/100। 100 ਦੇ ਨਾਲ 100 ਕਟਿਆ, ਬਾਕੀ ਬਚਿਆ 45, ਆਂਸਰ ਆ ਗਿਆ 45। ਅੱਗੇ ਚਲੀਏ। ਹੁਣ ਆ ਗਿਆ 9.7 ਨੂੰ 100 ਨਾਲ ਗੁਣਾ ਕਰਨਾ। ਸੋ 0.7 ਇੱਕ ਅੰਕ ਹੈਗਾ, ਸੋ ਬਟਾ 10, 97/10 ਗੁਣਾ 100। ਸੋ ਇੱਕ ਸਿਫਰ ਦੇ ਨਾਲ ਇੱਕ ਸਿਫਰ ਕੱਟ ਗਿਆ, ਇੱਥੇ 10 ਬਚ ਗਿਆ। ਸੋ 97 ਗੁਣਾ 10 ਅਰਥਾਤ 970, ਆਂਸਰ ਆ ਗਿਆ। ਫਿਰ 3.87 ਗੁਣਾ 10, ਹੁਣ 8 ਵੀ ਹੈਗਾ 7 ਵੀ ਹੈਗਾ, 2 ਅੰਕ ਨੇ। ਸੋ 2 ਅੰਕ ਦਾ ਮਤਲਬ 2 ਸਿਫਰ ਲੱਗਣੀ ਹੈ, ਅਰਥਾਤ 100 ਨਾਲ ਭਾਗ ਕਰਾਂਗੇ। ਸੋ ਦਸ਼ਮਲਵ ਹਟਾ ਕੇ 387, 387/100। ਇੱਕ ਸਿਫਰ ਇਹ ਕਟਿਆ, ਇੱਕ ਸਿਫਰ ਇੱਥੋਂ ਕਟਿਆ, ਮਣੀ 10 ਤੇ ਪੂਰਾ ਕੱਟ ਗਿਆ ਤੇ 100 ਚੋਂ 10 ਕੱਟਿਆ ਗਿਆ ਤੇ ਥੱਲੇ 10 ਇਕੱਲਾ ਰਹਿ ਗਿਆ। ਸੋ 387/10। ਹੁਣ ਇੱਥੇ ਇੱਕ ਸਿਫਰ ਬਚਿਆ, ਸੋ ਇੱਥੋਂ 1 ਇੱਥੇ 7 ਤੋਂ ਪਹਿਲਾਂ ਆ ਜਾਏਗਾ। ਤੇ ਜਿੱਦਾਂ ਕਰਨਾ ਤੇ ਕੀ ਕਹਿੰਦੇ ਨੇ, ਕਹਿੰਦੇ ਜੇ 10 ਨਾਲ ਗੁਣਾ ਕਰੋ ਤੇ ਦਸ਼ਮਲਵ, ਕਿਉਂਕਿ ਇੱਕ ਸਿਫਰ ਹੈ, ਸੱਜੇ ਪਾਸੇ ਖਿਸਕ ਜਾਏਗਾ, ਅਰਥਾਤ 8 ਤੋਂ ਪਹਿਲਾਂ ਆ ਕੇ ਇਹ ਇੱਥੇ ਆ ਜਾਏਗਾ 38.7, ਜੋ 38.7 ਇੱਦਾਂ ਵੀ ਆਇਆ। ਜੇ ਜਵਾਨੀ ਕਰਨਾ ਹੈ, ਪਰ ਬੱਚਿਓ ਹਾਲੇ ਤੁਸੀਂ ਇੱਦਾਂ ਕਰੋ ਪੜਾਅ ਦਰ ਪੜਾਅ। ਜਦੋਂ ਤੁਹਾਡਾ ਅਭਿਆਸ ਹੋਵੇ ਫਿਰ ਤੁਸੀਂ ਇਹਨੂੰ ਇੱਦਾਂ ਸਿੱਧਾ ਲਿਖ ਕੇ ਇੱਥੇ ਆਂਸਰ ਲਿਖ ਸਕਦੇ ਹੋ। ਇਹ ਗਵਲਾ ਜਿਹੜਾ ਸਟੈਪ ਹੈ ਇਹਨੂੰ ਤੁਸੀਂ ਛੱਡ ਸਕਦੇ ਹੋ, ਪਰ ਇਹ ਤਾਂ ਹੈ ਜਦੋਂ ਤੁਹਾਡਾ ਇਹ ਸਭ ਕਰਨ ਦਾ ਅਭਿਆਸ ਚੰਗੀ ਤਰ੍ਹਾਂ ਹੋ ਜਾਵੇ ਤਾਂ, ਨਹੀਂ ਤੇ ਫਿਰ ਇਹਦਾ ਗਲਤੀ ਹੋਣ ਦੀ ਚਾਂਸ ਹੈਗਾ। ਹੁਣ ਦੇਖੋ 0.07 ਗੁਣਾ 10। ਹੁਣ ਦੇਖੋ ਇੱਕ ਸਿਫਰ ਹੈ, ਸੋ ਇਹਨੂੰ ਸ਼ਿਫਟ ਕਰ ਦਾਂਗੇ ਸੱਜੇ ਪਾਸੇ, ਇਹ ਖਿਸਕ ਜਾਏਗਾ 0.7 ਹੋ ਜਾਏਗਾ, ਜੋ ਆਂਸਰ ਹੈ ਆਇਆ। ਤੇ ਜਿਹਨੂੰ ਇੱਦਾਂ ਕਰਨਾ ਹੈ 1 ਤੇ 2 ਤੇ 7/100 ਗੁਣਾ 10, 1 10 ਹੈ ਗਿਆ ਤੇ 100 ਚੋਂ 10 1 ਹੈ ਗਿਆ, ਅਰਥਾਤ ਸਿਫਰ ਕੱਟ ਗਿਆ। ਸੋ 7/10 ਆ ਗਿਆ। 7/10 ਹੁਣ ਇੱਕ ਸਿਫਰ ਹੈ, ਸੋ ਖੱਬੇ ਪਾਸੇ ਜਾ ਕੇ ਇੱਥੇ ਦਸ਼ਮਲਵ ਲੱਗ ਜਾਏਗਾ 0.7, ਠੀਕ ਹੈ। ਹੁਣ 0.3 ਗੁਣਾ 100। ਸੋ 0.3 ਕਿਉਂ ਇੱਕ ਹੈਗਾ, ਸੋ 3/10 ਗੁਣਾ 100। ਸੋ 1 10 ਦੇ ਨਾਲ ਇੱਥੋਂ ਇਹ ਕੱਟ ਗਿਆ 100 ਚੋਂ,
सो 3 गुणा 10 आ गया, 3 गुणा 10 30, आंसर आ गया। अगे चलिए, 9वां भाग 53.7 गुणा 1000। घबराना नहीं, हुण की कहंदा है 1 2 3, अर्थात 3 डेसीमल असी बड़ी 3 थां ते शिफ्ट करना है सज्जे पासे। हुण इत्थे 1 हैगा, बाकी 2 तो है नहीं, फिर असी 0 ला लांगे, 1 ते 2, अर्थात 53,700 जो आंसर आ गया साडा 53,700। ते जे समझ के करना है भी किद्दां आया, फिर इहनूं की करांगे 53.7 पॉइंट तो बाद 1 सिफर है, मतलब 1 अंक हैगा, इन्हां नूं बटा 10 करांगे। सो 537 बटा 10, ते इत्थे की होया बच्चों, इत्थे यह 10 तुहाडा कट गया, ते इत्थों 1 सिफर कट गया, ते इत्थे की बचिया बच्चों, इत्थे बचिया 100। सो 537 गुणा 100, सो 537 गुणा 100 का मतलब की हैगा 537, अगे 2 सिफर लगा दिते, ठीक है। हुण आ गया 0.02 गुणा 1000, सो 1 ते 2, 3 सिफर ने, 1 2 3, सो 1 2 1 सिफर लगा के सो 20 बन जाएगा, आंसर 20 आ गया। सो जे समझ के करना है कि किद्दां आया, 1 ते 2, अर्थात 2 नूं 100 नाल भाग करांगे, यह हटा देंगे, जे दशमलव हटाना है तो 2 बटा 100 हो गया, ते गुणा 1000, ते इत्थे की होया बच्चों, इत्थे कट गया, यह 100 कटिया, ठीक है, तो इत्थों दी 2 कट गए, 2 सिफर कट गए। सो इत्थे की बचा सानू कोल 2 गुणा 10, 2 गुणा 10 20, 10 गुणा 20, आंसर आ गया, ठीक है। समझ समझ के करना बच्चों, तुक्का नहीं लाना, ठीक है, काली नहीं करनी, समझ समझ के करोगे तो गणित बहुत सौखा है, तो पूरे बटा पूरे नंबर आने की पूरी पूरी संभावना है, बहुत सौखा है, ठीक है। हुण अगला करिए उही सेम पहले वर्गा, पर बच्चों हुण 10 100 1000 इदा नहीं हैगा, हुण संख्यावां दूजियां ने, ठीक है। 1.5 गुणा 3, तेरा तरीका बच्चों की है, मैं जो जवानी करना है तो सीधा मैं की करा, दशमलव नूं हटा देवां दिमाग चों, तो 15 तीए 45, 45 लिख दिता, तो इत्थे किन्ने दशमलव सीगे, दशमलव के किन्ने थां ने, एक हैगा कल्ला, इहदे ते है ही नहीं, सो मैं एक तो बाद दशमलव ला लांगा। ते जे समझ के करना है, इहनूं 5 1.5 नूं 15 बटा 10 लिखांगे, गुणा 3 करांगे, 15 तीए 45 आ गया, तो 1 सिफर है, तो 1 तो बाद मतलब कि सज्जे पासे तो 1 तो बाद 5 तो पहला दशमलव लग जाएगा, ठीक है। हुण बच्चों जिहड़ा हैगा 271 नूं 2.71 नूं 12 नाल गुणा करना, सो मैं 1 ते 2, सो 271 बटा 100 कर दिता, ते गुणा 12, हुण 12 नूं 12 दे नाल 271 नूं गुणा कीता, 12 एकम 12, एक हासिल 12 सत्ते 84 और 1 85, 8 हासिल 12 नूं 24 और 8 32, सो 3252 बटा 100, 1 ते 2, 1 ते 2, सो 5 तो पहला दशमलव लग गया, 32.52 आंसर आ गया। फिर करिए 7.05 गुणा 4, सो 7 गुणा 0.5 बटा 4 आ जाएगा 705 बटा 100, तो 1 ते 2, सो 705 बटा 100 गुणा 4, हुण 4 पंजे 20, 400 ते 2 हासिल जिहड़ा सीगा, ते 4 सत्ते 28, 2820। हुण की होया बच्चों, अगला जिहड़ा स्टैप है, यह देखो, यह जिहड़ा तुहाडा यह सिफर जिहड़ा है इहदे नाल एक कट गया, ठीक है, यह कट गया, तो हुण की बचा 282 बटा 10, 282 बटा 10, सो यह जिहड़ा सिफर एक हैगा, सो 2 तो पहला इत्थे एक सज्जे पासों एक गिण के 28.2 आंसर आ गया। हुण आ गया 0.05 गुणा 12, सो 1 ते 2, मतलब दशमलव तो बाद 2 अंक ने, सो इसका मतलब बटा 100 करना पेगा, सो 5 बटा 100, दशमलव जिले हटा रहे, खब्बे पासे की 0 तो चली गई उदा ही है ना, वह कोई मतलब नहीं है जिले दशमलव हट गया, 5 बटा 100 ते गुणा 12, 12 पंजा 60, तो फिर अच्छे बच्चे देखो की होया, यह सिफर है गया, तो यह सिफर है गया, तो बच गया साडा 6 बटा 10, 6 बटा 10 का मतलब है 0.6, क्योंकि एक सिफर है, सो 6 तो पहला इत्थे दशमलव लग गया, तो असीं मोरे 0 लगा दिता। अगे चलिए, हुण आ गया पंजवां भाग 112.03 गुणा 8, सो सौखा तरीका बच्चों यही है, यह वाला 112.03 1 ते 2 बटा 100 किया गुणा 8, 8 नाल गुणा किया 8 24, 8 दूनी 16, 8 एकम 8 1 9, ते 8 एकम 8, सो 1 ते 2, 1 4 एक है वाला, ते 2 है वाला, सो 896.24 आंसर आ गया। 3 गुणा 7.53, सो इनू इदा लिखांगे 3 गुणा 753, 1 ते 2 753 बटा 100, सो 3 तिया 9, 3 पंजे 15, एक हासिल 3 सत्ते 21 और 1 22, 2259 बटा 100, सो 1 ते 2, 1 ते 2, सो 22.59 आंसर आ गया। अगे चलिए, क्वेश्चन नंबर 3, सवाल नंबर 3 आ गया,
3.7 इंटू 0.4। ਹੁਣ ਬੱਚੋ ਦੋਨੋਂ ਦਸ਼ਮਲਵ ਸੰਖਿਆਵਾਂ ਨੇ। ਦੇਖੋ ਕਿੱਦਾਂ ਫਰਕ ਪੈ ਰਿਹਾ। ਪਹਿਲੇ ਸਵਾਲ ਵਿੱਚ ਦਸ਼ਮਲਵ ਸੰਖਿਆ ਨੂੰ 10 ਨਾਲ 100 ਨਾਲ 1000 ਨਾਲ ਜੇ ਸਾਰੇ ਸਿਫਰ ਆਉਂਦੇ ਨੇ 10 ਦੀ ਘਾਤ ਵਾਲੇ ਸੰਖਿਆਵਾਂ ਨਾਲ ਗੁਣਾ ਕੀਤਾ ਗਿਆ। ਫਿਰ ਦੂਜੇ ਸਵਾਲ ਵਿੱਚ ਦਸ਼ਮਲਵ ਸੰਖਿਆ ਨੂੰ ਇੱਕ ਪੂਰਨ ਸੰਖਿਆ ਦੇ ਨਾਲ ਗੁਣਾ ਕੀਤਾ ਗਿਆ। ਹੁਣ ਹੈਗਾ ਦਸ਼ਮਲਵ ਸੰਖਿਆ ਨੂੰ ਦਸ਼ਮਲਵ ਸੰਖਿਆ ਨਾਲ ਗੁਣਾ ਕੀਤਾ ਗਿਆ। ਸੋ ਹੁਣ ਇਹਨੂੰ ਫਿਰ ਇਦਾਂ ਕੀ ਕਿੱਦਾਂ, ਜੇ ਜਵਾਨੀ ਕਰਨਾ ਹੈ ਤੇ ਮੈਂ ਕਰਾਂਗਾ 4 ਮਤਲਬ ਕਿ ਆਪਣੇ ਦਿਮਾਗ ਚੋਂ ਦਸ਼ਮਲਵ ਹਟਾ ਦਿਓ। ਤੁਹਾਨੂੰ ਮੈਂ ਜਵਾਨੀ ਵੀ ਦੱਸ ਰਿਹਾ ਕਿੱਦਾਂ ਕਰਨਾ ਹੈ। ਇਹ ਦਸ਼ਮਲਵ ਹਟਾ ਦਿਓ, ਇਹ ਹਟਾ ਦਿਓ ਤੇ 4 7 28 8 2 ਹਾਸਿਲ 4 3 12 2 14 ਤੇ ਦਸ਼ਮਲਵ ਥਾਂ ਤੋਂ ਪਹਿਲੇ ਕਿੰਨੇ ਹੈਗੇ ਨੇ, ਇਹ ਦੇਖੋ ਸੱਜੇ ਤੋਂ ਬਾਅਦ ਇੱਕ ਹੈਗਾ 7 ਤੇ ਇੱਥੇ ਵੀ ਹੈਗਾ 4, ਸੋ 2, ਸੋ ਟੋਟਲ 2 ਹੋ ਗਏ, 1 ਤੇ 2, ਸੋ 1 ਤੇ 2 ਇਹ ਦਸ਼ਮਲਵ 1.48 ਆਏਗਾ। ਤੇ ਜੇ ਸਮਝ ਕੇ ਕਰਨਾ ਹੈ ਮਤਲਬ ਕਿ ਪੜਾ ਦਰ ਪੜਾ ਕਰਨਾ ਹੈ, ਪ੍ਰੋਪਰ ਢੰਗ ਨਾਲ ਕਰਨਾ ਹੈ, ਸਹੀ ਢੰਗ ਨਾਲ, ਤਾਂ ਇਦਾਂ ਇੱਥੇ ਇੱਕ ਹੈਗਾ ਦਸ਼ਮਲਵ ਤੋਂ ਬਾਅਦ ਇੱਕ ਅੰਕ ਹੈਗਾ 137/10, ਇੱਥੇ ਵੀ ਦਸ਼ਮਲਵ ਤੋਂ ਬਾਅਦ ਇੱਕ ਅੰਕ ਹੈਗਾ 4, ਸੋ 4/10, ਸੋ ਇਹਨੂੰ 4 7 28 4 3 12 14 148 ਤੇ 10 ਗੁਣਾ 10 100, ਸੋ 1 ਤੇ 2 1 ਤੇ 2 1.48, ਠੀਕ ਹੈ। 2.75 ਗੁਣਾ 1.1, ਸੋ 1 2 ਤੇ ਇੱਥੇ 1, ਸੋ 275/100 ਗੁਣਾ 11/10, 11 5 55, 11 7 77, 77 और 5 82, 2 8 हासिल 11 9 22 और 8 30, ठीक है। सो 1 2 3 1 2 3, सो 1 2 3 ਇੱਥੇ ਦਸ਼ਮਲਵ ਲੱਗ ਗਿਆ। 3 ਤੋਂ ਮਤਲਬ ਸੱਜੇ ਪਾਸੇ 3 ਗਿਣ ਕੇ 1 2 3 ਤੇ ਦਸ਼ਮਲਵ ਲੱਗ ਗਿਆ। ਹੁਣ 0.07 ਗੁਣਾ 1.9, ਸੋ 1 ਤੇ 2 7/100 ਗੁਣਾ 19/10, ਸੋ 100 ਗੁਣਾ 10 1000 ਹੋ ਗਿਆ ਤੇ 19 7 133 ਹੋ ਗਿਆ। ਸੋ 1 2 3, ਸੋ 1 2 3, 1 ਤੋਂ ਪਹਿਲਾਂ ਦਸ਼ਮਲਵ ਲੱਗ ਗਿਆ, 1 ਤੋਂ ਪਹਿਲੇ ਦਸ਼ਮਲਵ ਲੱਗ ਗਿਆ ਤੇ ਇੱਥੇ ਕੋਈ ਨਹੀਂ ਹੈਗਾ ਤੇ ਇੱਥੇ 0 ਲਗਾ ਦਿੱਤਾ, 0.133 ਆਂਸਰ ਆ ਗਿਆ। ਅਗਲਾ ਚਲਿए 0.5 ਗੁਣਾ 31.83, ਸੋ ਦਸ਼ਮਲਵ ਤੋਂ ਬਾਅਦ ਇੱਕ ਅੰਕ ਹੈਗਾ 5/10 ਹੋ ਗਿਆ ਤੇ 31.83 3183/100 ਹੋ ਗਿਆ ਕਿਉਂਕਿ 1 ਤੇ 2। ਸੋ ਹੁਣ ਬੱਚੋ 5 ਦੇ ਨਾਲ ਗੁਣਾ ਕੀਤਾ, 5 3 15 5 8 40 40 और 1 41, 4 ਹਾਸਿਲ 5 × 5 4 9 5 3 15 15915 ਤੇ ਬਟਾ 10 ਗੁਣਾ 100 1000 ਹੋ ਗਿਆ। 1 2 1 2 3 ਤੇ 1 2 3, ਸੋ 1 2 3 1 2 3, ਸੋ 9 ਤੋਂ ਪਹਿਲਾਂ ਤੇ 5 ਤੋਂ ਬਾਅਦ ਦਸ਼ਮਲਵ ਲੱਗ ਗਿਆ 15.915। ਅੱਗੇ ਚਲੀਏ 7.5 ਗੁਣਾ 5.7, ਸੋ 75/10 ਗੁਣਾ 57/10, ਸੋ ਜਿਹੜੇ ਦੋਨਾਂ ਨੂੰ ਗੁਣਾ ਕੀਤਾ 4275 ਤੇ 10 ਗੁਣਾ 10 100 ਆ ਗਿਆ, ਸੋ 1 2 1 2 42.75, ਠੀਕ ਹੈ। ਫਿਰ ਅਗਲਾ ਆ ਗਿਆ ਬੱਚਿਓ 10.02 ਗੁਣਾ 1.02, ਸੋ 1 2 ਦਸ਼ਮਲਵ ਤਾਂ 2 ਸੰਖਿਆ 2 ਅੰਕ ਨੇ, ਸੋ ਇਹ ਬਣ ਗਿਆ 1002/100 1002/100 ਤੇ ਆ ਹੋ ਗਿਆ 102/100 102/100। ਇਹ 1002 ਨੂੰ 102 ਨਾਲ ਗੁਣਾ ਕੀਤਾ ਤੇ ਇਹ ਬਣ ਗਿਆ 10000, ਇਹ ਬਣ ਗਿਆ 1,02,204। ਇਹ ਦੇਖੋ ਨਾ, ਇਕਾਈ ਦਹਾਈ ਸੈਂਕੜਾ ਹਜ਼ਾਰ 10,000 ਲੱਖ 1,02,204 ਤੇ ਇਹ 1 2 3 4, ਸੋ 10,000 ਥੱਲੇ ਆ ਗਿਆ, ਸੋ 1 2 3 4, ਸੋ 1 2 3 4, 2 ਤੋਂ ਪਹਿਲਾਂ ਦਸ਼ਮਲਵ ਆਏਗਾ, ਸੋ 10.2204 ਆਂਸਰ ਆ ਗਿਆ। ਇਹ ਬੱਚਿਓ ਸਵਾਲ ਬੜੀ ਰੀਝ ਨਾਲ ਬੜੇ ਧਿਆਨ ਦੇ ਨਾਲ ਕਰਨੇ ਨੇ ਤੇ ਦਸ਼ਮਲਵ ਥੋੜਾ ਜਿਹਾ ਵੀ ਇੱਕ ਅੱਧਾ ਥਾਂ ਵੀ ਇੱਧਰ ਉੱਧਰ ਲੱਗ ਗਿਆ ਤੇ ਸਾਰਾ ਸਵਾਲ ਗਲਤ ਹੋ ਜਾਏਗਾ ਤੇ ਨੰਬਰ ਆਏਗਾ ਅੰਡਾ, ਨੰਬਰ ਆਏਗਾ 0, ਠੀਕ ਹੈ। ਸੋ 0.08 ਗੁਣਾ 0.53, ਇਸ ਕਰਕੇ ਸਵਾਲ ਬੜੇ ਧਿਆਨ ਨਾਲ ਕਰਨੇ ਨੇ। ਸੋ 1 2 8/100, 1 2 53/100, ਸੋ 8 ਗੁਣਾ 53 ਆ ਗਿਆ 424 ਤੇ ਥੱਲੇ 100 ਗੁਣਾ 100 ਆ ਗਿਆ 10,000, ਸੋ 1 2 3 4। ਹੁਣ 1 2 3 ਮੁੱਕ ਗਿਆ ਪਰ ਸਾਨੂੰ 4 ਚਾਹੀਦੇ ਨੇ, ਸੋ ਇੱਕ 0 ਲਗਾ ਦਾਂਗੇ 4, ਸੋ 0.0424 0.0.0424, ਸੋ 21.12 ਗੁਣਾ 1.21, ਸੋ ਇਹ ਬਣ ਗਿਆ ਬੱਚਿਓ 2112/100 ਤੇ ਇਹ ਬਣ ਗਿਆ 121/100, ਸੋ 2112 ਨੂੰ 121 ਨਾਲ ਗੁਣਾ ਕੀਤਾ ਤੇ ਇਹ ਬਣ ਗਿਆ ਬੱਚਿਓ 2,55,552, ਠੀਕ ਹੈ। ਇਕਾਈ ਦਹਾਈ ਸੈਂਕੜਾ ਹਜ਼ਾਰ 10,000 ਲੱਖ, ਸੋ 2,55,552 ਸੇ ਥੱਲੇ 4 0 ਨੇ 1 2 3 4, ਸੋ 1 2 3 4 ਇਹ ਵਾਲੇ ਪੰਜੇ ਤੋਂ ਪਹਿਲਾਂ ਆਏਗਾ, ਸੋ 25 ਤੋਂ ਬਾਅਦ ਤੇ ਇਹ 555 5552 ਤੋਂ ਪਹਿਲਾਂ, ਸੋ ਇੱਥੇ ਆ ਜਾਏਗਾ 25.55
5 5 5 2 आंसर आ गया। अगे चलिए, आखिरी ਇਹਦਾ पार्ट है शायद 1.06 गुणा 0.04 सो 1 2 106 बटा 100 है भी 1 ते 2 4 बटा 100 सो 4 6 24 ते 4 एकम 4 सो 424 बटा 10,000 1 2 3 क्योंकि 3 हो गए सो एक जीरो लगावांगे अपने लो सो 0.0424 आंसर आ गया। अगे चलिए, है हो गया बच्चों सवाल प्रैक्टिकल। यह सवाल जरूर करियो, उपरले सवाल तो भावें एक अद्धे नंबर का आएगा, यह सवाल 3-4 नंबर का आ सकता है इदा का। ठीक है, यह देखो बड़ा प्रैक्टिकल सवाल है, तो ਜਿਹੜੇ सवाल ਅਸੀਂ ਪਹਿਲਾਂ ਕੀਤੇ ਨੇ ਉਹਨੇ ਗੁਣਨਫਲ ਦੇ ਇਹ ਉਹਦਾ ਮਤਲਬ ਕੀ ਹੈ, कह लो ਉਹਦਾ ਪ੍ਰੈਕਟੀਕਲ ਰੂਪ ਹੈਗਾ, ਉਹਦੀ ਐਪਲੀਕੇਸ਼ਨ ਹੈ, ਉਹਨੂੰ ਅਮਲ ਵਿੱਚ ਲਿਆਉਣ ਵਾਲੀ ਗੱਲ ਹੈਗੀ ਹੈ। ਕਹਿੰਦੇ ਤਾਰ ਦੇ ਇੱਕ ਟੁਕੜੇ ਨੂੰ 15 ਬਰਾਬਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਇੱਕ ਤਾਰ ਹੈਗੀ ਹੈ ਤੇ ਉਹਦੇ 15 ਭਾਗ ਕੀਤੇ ਗਏ ਤੇ ਭਾਗ ਬਰਾਬਰ ਦੇ ਨੇ, ਅਰਥਾਤ ਉਹਨਾਂ ਦੀ ਲੰਬਾਈ ਸਾਰੇ ਦੀ ਬਰਾਬਰ ਹੈ। ਜੇਕਰ ਇੱਕ ਭਾਗ ਦੀ ਲੰਬਾਈ 2.03 ਮੀਟਰ ਹੈ ਤਾਂ ਤਾਰ ਦੀ ਕੁੱਲ ਲੰਬਾਈ ਪਤਾ ਕਰੋ। ਬੜਾ ਸੌਖਾ ਬੱਚਿਓ, ਹਨਾ। ਇਹ ਦੇਖੋ ਇਹਨੂੰ ਕਿੱਦਾਂ ਕਰਾਂਗੇ, ਹੱਲ ਲਿਖ ਕੇ ਇੱਕ ਭਾਗ ਦੀ ਲੰਬਾਈ ਬਰਾਬਰ 2.03 ਮੀਟਰ ਦਿੱਤੀ ਹੋਈ ਹੈ। ਭਾਗਾਂ ਦੀ ਕੁੱਲ ਗਿਣਤੀ ਕਿੰਨੇ ਭਾਗ ਨੇ, 15 ਭਾਗ ਨੇ, 15। ਸੋ ਇਸ ਲਈ ਤਾਰ ਦੀ ਕੁੱਲ ਲੰਬਾਈ ਕਿੰਨੀ ਹੋ ਜਾਏਗੀ, ਇਹਨੂੰ ਇਹਨਾਂ ਗੁਣਾ ਕਰ ਦਾਂਗੇ 2.03 ਗੁਣਾ 15। ਹੁਣ ਬੱਚਿਓ ਇਹ ਸਵਾਲ ਕਿਹੜਾ ਹੈ, ਇਹ ਸਵਾਲ ਉਹੀ ਹੈ ਜੋ ਅਸੀਂ ਸਵਾਲ ਨੰਬਰ 2 ਚ ਹੁਣੀ ਕਰਕੇ ਆਏ ਹਾਂ कि एक दशमलव संख्या ਨੂੰ पूर्ण संख्या ਦੇ ਨਾਲ गुणा करना। सो 2.03 ਨੂੰ ਕੀ ਲਿਖਾਂਗੇ, 203 ਬਟਾ 200 ਲਿਖ ਦਾਂਗੇ ਕਿਉਂਕਿ ਇੱਥੇ 1 ਤੇ 2 ਅੰਕ ਨੇ ਦਸ਼ਮਲਵ ਤੋਂ ਬਾਅਦ। ਸੋ 203 ਬਟਾ 100 ਕਰ ਦਾਂਗੇ, ਗੁਣਾ 15 ਕਰ ਦਾਂਗੇ, 15 ਨੂੰ ਇਹਨਾਂ ਗੁਣਾ ਕਰਾਂਗੇ, 15 30 45 ਇਹ ਆ ਗਿਆ ਤੇ 15 29 ਇਹ ਆ ਗਿਆ। ਸੋ 1 ਤੇ 2 1 ਤੇ 2 ਸੋ 4 ਤੋਂ ਪਹਿਲਾਂ ਤੇ 0 ਤੋਂ ਬਾਅਦ ਦਸ਼ਮਲਵ ਆ ਗਿਆ 30.45 ਇਹ ਆ ਗਿਆ ਆਂਸਰ। ਸੋ ਤਾਰ ਦੀ ਕੁੱਲ ਲੰਬਾਈ ਬਰਾਬਰ 30.45 ਮੀਟਰ। ਇਹ ਮੀਟਰ ਲਿਖਣਾ ਬੜਾ ਜ਼ਰੂਰੀ ਹੈ। ਜਿਹੜੀ ਇਕਾਈ ਇੱਥੇ ਦਿੱਤੀ ਹੈ ਮੀਟਰ, ਉਹ ਇਕਾਈ ਇੱਥੇ ਲਿਖਣੀ ਹੈ। ਮੀਟਰ ਹੈ, ਕਿਲੋਮੀਟਰ ਹੈ, ਸੈਂਟੀਮੀਟਰ है, जो भी है वही लिखनी है। ठीक है बच्चों, ਅੱਗੇ चलिए। अगला सवाल है बच्चों, कहते 1 मीटर कपड़े का मुੱਲ रुपए 75.75.80 है। ਇਹਦਾ मतलब कि 75 रुपए 80 पैसे है। ਇਹਦਾ ਇਹ मतलब होया, मतलब कि 1 मीटर कपड़े का मुੱਲ रुपए 75.80 है। तो कहते 4.75 मीटर कपड़े का मुੱਲ पता करो। ਇਹ ਬੱਚੇ ਉਹੀ ਸਵਾਲ ਹੈ ਜਿੱਦਾਂ ਅਸੀਂ ਕਿੰਨੇ 1 ਕਿੱਲਾ 5 ਰੁਪਏ ਦਾ ਆਉਂਦਾ ਹੈ ਤੇ 3 ਕਿੱਲੇ ਕਿੰਨੇ ਜਾਣਗੇ, 5 ਦੀ 15 ਰੁਪਏ ਦੇ ਆਣਗੇ। ਸੋ 1 ਮੀਟਰ ਕਪੜਾ ਇੰਨੇ ਦਾ ਤੇ 4.75 ਮੀਟਰ ਕਪੜਾ ਕਿੰਨੇ ਦਾ ਹੈਗਾ, ਇਹਨੂੰ ਇਹਦਾ ਗੁਣਾ ਕਰ ਦਾਂਗੇ। ਸੋ ਇਹ ਦੋ ਦਸ਼ਮਲਵ ਸੰਖਿਆਵਾਂ ਦਾ ਗੁਣਨਫਲ ਹੈ, ਹੋਰ ਕੁਝ ਨਹੀਂ। ਜੋ ਅਸੀਂ ਹੁਣ ਇੰਨੇ ਸਾਰੇ ਭਾਗ, ਇੰਨੇ ਸਾਰੇ ਸਵਾਲ ਤੀਜੇ ਸਵਾਲ ਵਿੱਚ ਕੀਤੇ ਨੇ, ਇਹ ਉਹਦਾ ਹੀ ਪ੍ਰੈਕਟੀਕਲ ਰੂਪ ਹੈਗਾ। ਠੀਕ ਹੈ, ਸੋ 4.75 ਮੀਟਰ ਕੱਪੜੇ ਦਾ ਮੁੱਲ ਪਤਾ ਕਰੋ ਤੇ ਹੱਲ ਕਰ ਦਿੰਦੇ ਆ ਜੀ। ਕੋਈ ਗੱਲ ਹੀ ਨਹੀਂ ਭਾਜੀ, ਇਹ ਕਿਹੜੀ ਗੱਲ ਹੈਗੀ ਹੈ। ਕੱਪੜਾ 1 ਮੀਟਰ ਤੁਸੀਂ ਰੇਟ ਦੱਸਿਆ, ਬਾਕੀ ਦਾ ਪੁੱਛਿਆ ਤੇ ਇੰਨਾ ਤੇ ਸਾਨੂੰ ਆਉਂਦਾ ਹੀ ਹੈਗਾ। ਤੁਸੀਂ ਸਾਨੂੰ ਕੀ ਸਮਝਿਆ ਹੋਇਆ ਕਿ ਸਾਨੂੰ ਗਣਿਤ ਕਿਤੇ ਆਉਂਦਾ ਨਹੀਂ। ਅਸੀਂ ਗਣਿਤ ਤੋਂ ਬਿਲਕੁਲ ਨਹੀਂ ਡਰਦੇ, ਜਿਹੜਾ ਸਵਾਲ ਮਰਜ਼ੀ ਲੈ ਆਓ। ਇਹ ਦੇਖੋ ਜੀ, ਤੇ ਅਸੀਂ ਕਰ ਦਿੰਦੇ ਹਾਂ ਸ਼ੁਰੂ। ਇੱਦਾਂ ਲਿਖਣਾ ਪਿਆਰੇ ਬੱਚਿਓ, 1 ਮੀਟਰ ਕੱਪੜੇ ਦਾ ਮੁੱਲ ਬਰਾਬਰ ਇਹ ਦਿੱਤਾ ਹੋਇਆ 75 ਰੁਪਏ 80 ਪੈਸੇ ਜਾਂ 75.80 ਰੁਪਏ। ਤੇ 4.75 ਮੀਟਰ ਕੱਪੜੇ ਦਾ ਮੁੱਲ ਕੀ ਹੋਏਗਾ, 75.8 ਨੂੰ 4.75 ਨਾਲ ਗੁਣਾ ਕਰ ਦਾਂਗੇ। ਦੋਨੋਂ ਸੰਖਿਆਵਾਂ ਦੋ ਦਸ਼ਮਲਵ ਸੰਖਿਆਵਾਂ ਦਾ ਗੁਣਨਫਲ ਹੈ। ਸੋ ਦਸ਼ਮਲਵ ਤੋਂ ਬਾਅਦ 8 ਇੱਕ ਅੰਕ ਹੈਗਾ, ਸੋ 758/10 758/10 ਹੋ ਗਿਆ। ਤੇ ਇੱਥੇ ਦਸ਼ਮਲਵ ਤੋਂ ਬਾਅਦ ਦੋ ਸੰਖਿਆਵਾਂ, ਦੋ ਅੰਕ ਨੇ 7 ਔਰ 5, ਸੋ ਇਹਦਾ 475/100 ਕਰ ਦੇਵਾਂਗੇ। ਹੁਣ ਜਿਹੜੇ 758 ਨੂੰ 475 ਨਾਲ ਗੁਣਾ ਕੀਤਾ ਤੇ ਆ ਗਿਆ 3,60,050 ਤੇ ਥੱਲੇ 10 ਨੂੰ 100 ਨਾਲ ਗੁਣਾ ਕੀਤਾ 1000 ਆ ਗਿਆ। ਹੁਣ ਬੱਚਿਓ ਮੈਂ ਕੀ ਕੀਤਾ, ਮੈਂ ਕੀਤਾ ਜੀ ਇੱਕ ਪੜਾ ਤੇ ਮੈਂ ਕੀਤਾ ਇਸ ਸਿਫਰ ਦੇ ਨਾਲ ਮੈਂ ਕੱਟ ਦਿੱਤਾ, ਕੱਟਿਆ ਗਿਆ। ਠੀਕ ਹੈ ਜੀ, ਕੱਟਿਆ ਗਿਆ ਨਾ। ਸੋ ਹੁਣ ਬੱਚਿਓ ਕਹਾਣੀ ਤੁਹਾਨੂੰ ਦੱਸਾਂ, ਇਹ ਦੇਖੋ 100 ਆ ਗਿਆ ਸਾਡੇ 1 ਤੇ 2, ਸੋ 1 ਤੇ 2 360 ਤੋਂ ਬਾਅਦ ਜਾਂ ਇਹ ਦੋ ਸਿਫਰਾਂ ਦੇ ਵਿੱਚ ਦਸ਼ਮਲਵ ਆ ਗਿਆ। ਇਹ ਦੇਖੋ, ਸੋ 1 2 1 2 360.05 360.05। ਸੋ 4.75 ਮੀਟਰ ਕੱਪੜੇ ਦਾ ਮੁੱਲ ਹੈਗਾ 360 ਰੁਪਏ 5 ਪੈਸੇ ਜਾਂ 360.05 ਰੁਪਏ। ਠੀਕ ਹੈ, ਜਾਂ ਤੇ ਇਹਨੂੰ ਕਹਿ ਸਕਦੇ 360 ਰੁਪਏ 5 ਪੈਸੇ ਤੇ ਜਾਂ 360.05 ਰੁਪਏ। ਠੀਕ ਹੈ, ਅੱਗੇ ਚਲੀਏ। ਹੁਣ ਆ ਗਿਆ ਬਹੁ ਵਿਕਲਪੀ ਪ੍ਰਸ਼ਨ, ਬੜੇ ਸੌਖੇ ਨੇ ਬੱਚਿਓ। 1.25 ਗੁਣਾ 10। ਜਦੋਂ ਬੱਚਿਓ ਇਦਾਂ ਦੀ ਸੰਖਿਆਵਾਂ ਨਾਲ ਗੁਣਾ ਹੋ ਰਿਹਾ ਹੋਵੇ, 10 100 1000 10,000 ਤੇ ਇੱਥੇ ਇੱਕ ਹੋਵੇ ਤੇ ਬਾਕੀ ਸਿਫਰ ਹੋਣ ਤੇ ਜਿੰਨੇ ਸਿਫਰ ਲੱਗੇ ਨੇ ਤੇ ਗੁਣਾ ਹੋ ਰਿਹਾ ਹੋਵੇ ਤੇ ਉਨੇ ਥਾਂ
ਦਸ਼ਮਲਵ ਸੰਖਿਆ ਸੱਜੇ ਪਾਸੇ ਨੂੰ ਖਿਸਕ ਜਾਂਦੀ ਹੈ। ਸੋ ਇੱਥੇ ਕਿੰਨੇ ਸਿਫਰ ਨੇ? 1 ਸਿਫਰ ਹੈ। ਸੋ ਇਹਨਾਂ ਵੀ ਇਹ ਸੱਜੇ ਪਾਸੇ ਇੱਕ ਥਾਂ ਖਿਸਕ ਜਾਏਗਾ, ਅਰਥਾਤ ਇਹ 2 ਤੋਂ ਪਹਿਲਾਂ ਹੈਗਾ ਤੇ 2 ਤੋਂ ਬਾਅਦ ਆ ਜਾਏਗਾ। 1.25 ਦਾ ਬਣ ਜਾਏਗਾ 12.5। ਸੋ ਇਹ ਸਾਡਾ ਆ ਗਿਆ ਆਂਸਰ ਸੀ। ਠੀਕ ਹੈ। ਫਿਰ ਕਹਿੰਦੇ ਬੱਚਿਓ ਜੇ x ਗੁਣਾ 100 ਬਰਾਬਰ 135.72 ਹੋਵੇ ਤਾਂ x ਦਾ ਮੁੱਲ ਕੀ ਹੋਵੇਗਾ? ਹੁਣ ਜੇ x ਦਾ ਮੁੱਲ ਪਤਾ ਕਰਨਾ ਹੈ ਬੱਚਿਓ, ਸੋ x ਬਰਾਬਰ x ਖੱਬੇ ਪਾਸੇ ਰਹੇਗਾ ਤੇ 100 ਇੱਥੇ ਹੈਗਾ, ਇਸੇ 100 ਇੱਥੋਂ ਦੀ ਥੱਲੇ ਆ ਜਾਏਗਾ। ਜੇ ਖੱਬੇ ਪਾਸੇ ਤੋਂ ਜਿਹੜੀ ਚੀਜ਼ ਗੁਣਾ ਹੋ ਰਹੀ ਹੈ ਉਹ ਸੱਜੇ ਪਾਸੇ ਆਵੇ ਤੇ ਉਹ ਭਾਗ ਕਰ ਦਿੰਦੀ ਹੈ। ਸੋ 135.72 ਬਟਾ 100 ਇਹ ਆ ਜਾਏਗਾ। ਇਹਦਾ ਮਤਲਬ ਕੀ ਹੋਇਆ? 1 ਤੇ 2 ਅਰਥਾਤ 100 ਨਾਲ ਭਾਗ ਹੋ ਰਿਹਾ ਤੇ ਖੱਬੇ ਪਾਸੇ 2 ਥਾਂ ਦਸ਼ਮਲਵ ਜਿਹੜਾ ਚਿੰਨ੍ਹ ਹੈ ਉਹ ਖਿਸਕ ਜਾਏਗਾ। ਭਾਗ ਦੇ ਨਾਲ ਖੱਬੇ ਪਾਸੇ ਖਿਸਕਦਾ ਹੈ, ਗੁਣਾ ਦੇ ਨਾਲ ਸੱਜੇ ਪਾਸੇ ਖਿਸਕਦਾ ਹੈ। ਸੋ ਇੱਥੇ 1 ਤੇ 2 ਤੇ ਇੱਥੇ ਹੈਗਾ, ਸੋ 1 ਤੇ 2 1.3572। ਸੋ 1.3572 B ਸਾਡਾ ਆਂਸਰ ਆ ਗਿਆ। ਹੁਣ ਕਹਿੰਦੇ 1.5 ਗੁਣਾ 8 ਦਾ ਮੁੱਲ ਹੈ 15 8 120। ਦੇਖੋ 1.5 ਗੁਣਾ 8 120 ਆ ਗਿਆ। ਸੋ ਕਿਉਂਕਿ 1 ਤੋਂ ਬਾਅਦ ਦਸ਼ਮਲਵ ਹੈਗਾ, ਸੋ ਮੈਂ ਇਹਨੂੰ 1 ਤੋਂ ਬਾਅਦ ਦਸ਼ਮਲਵ ਲਗਾਤਾ, 0 ਤੋਂ ਪਹਿਲੇ 12। ਸੋ 12.0 ਦਾ ਮਤਲਬ ਹੈ 12। ਸੋ ਇਹ ਸਾਡਾ ਆ ਗਿਆ ਆਂਸਰ ਸੀ। ਠੀਕ ਹੈ। ਜਦੋਂ ਬੱਚੇ ਇੱਕ ਦਸ਼ਮਲਵ ਸੰਖਿਆ ਨੂੰ ਪੂਰਨ ਸੰਖਿਆ ਨਾਲ ਗੁਣਾ ਕਰਨਾ ਹੈ ਤੇ ਦਸ਼ਮਲਵ ਨੂੰ ਦਿਮਾਗ ਚੋਂ ਹਟਾ ਕੇ ਗੁਣਾ ਕਰ ਦਿਓ। 15 8 120 120 ਆ ਗਿਆ ਤੇ ਕਿੰਨੇ ਥਾਂ ਦਸ਼ਮਲਵ ਸੀਗਾ? ਮਤਲਬ ਕਿ ਦਸ਼ਮਲਵ ਤੋਂ ਬਾਅਦ ਕਿੰਨੇ ਥਾਂ ਸੀਗੇ ਸਾਡੇ ਕੋਲ? ਇੱਕੋ ਹੀ ਸੀਗਾ, 5। ਸੋ ਸੱਜੇ ਪਾਸੇ ਤੋਂ ਕਾਊਂਟ ਕਰਕੇ 0 ਤੋਂ ਪਹਿਲੇ ਆਏਗਾ 12.0। ਸੋ 12.0 ਦਾ ਮਤਲਬ ਹੈ 12। ਅਰਥਾਤ ਦਸ਼ਮਲਵ ਤੋਂ ਬਾਅਦ ਜੇ 0 ਲਿਖੇ ਹੋਣ ਤੇ ਉਸ ਤੋਂ ਅੱਗੇ ਕੋਈ ਹੋਰ ਅੰਕ ਨਾ ਹੋਵੇ ਤੇ ਉਹਦਾ ਕੋਈ ਮਾਇਨਾ ਨਹੀਂ ਹੁੰਦਾ। ਠੀਕ ਹੈ। ਅੱਗੇ ਚਲੀਏ ਜੀ। ਆਖਰੀ ਸਵਾਲ ਆ ਗਏ, 2 ਭਾਗ ਨੇ। ਇਹ ਸਾਡੇ ਸਿਧਾਂਤਕ ਸਵਾਲ ਨੇ ਜੋ ਅਸੀਂ ਨੋਟਸ ਪੜ੍ਹੇ ਨੇ, ਪਰਿਭਾਸ਼ਾਵਾਂ ਸਿਧਾਂਤ ਪੜ੍ਹੀਆਂ ਨੇ। ਸਾਨੂੰ ਗੱਲ ਸਮਝ ਆਈ ਹੈ ਜਾਂ ਨਹੀਂ, ਇਹ ਗੱਲਾਂ ਬੱਚਿਓ ਹਰ ਵੇਲੇ ਤੁਹਾਨੂੰ ਚੇਤਾ ਰਹਿਣੀਆਂ ਚਾਹੀਦੀਆਂ ਨੇ। ਕਹਿੰਦੇ ਇੱਕ ਦਸ਼ਮਲਵ ਸੰਖਿਆ ਅਤੇ ਸਿਫਰ ਦਾ ਗੁਣਨਫਲ ਹਮੇਸ਼ਾ ਸਿਫਰ ਹੁੰਦਾ ਹੈ। ਇਹ ਗੱਲ ਬਿਲਕੁਲ ਸਹੀ ਹੈ ਬੱਚਿਓ। ਤੁਸੀਂ ਇਸ ਚੱਕਰ 'ਚ ਨਹੀਂ ਪੈਣਾ ਕਿ ਇਹ ਦਸ਼ਮਲਵ ਸੰਖਿਆ ਹੈ। ਸਿਫਰ ਦੇ ਨਾਲ ਚਾਹੇ ਪ੍ਰਾਕ੍ਰਿਤਿਕ ਸੰਖਿਆ ਗੁਣਾ ਕਰ ਦਿਓ, ਚਾਹੇ ਪੂਰਨ ਸੰਖਿਆ ਗੁਣਾ ਕਰ ਦਿਓ, ਚਾਹੇ ਸੰਪੂਰਨ ਸੰਖਿਆ ਗੁਣਾ ਕਰ ਦਿਓ, ਚਾਹੇ ਦਸ਼ਮਲਵ ਸੰਖਿਆ ਗੁਣਾ ਕਰ ਦਿਓ, ਚਾਹੇ ਕਿਸੇ ਭਿੰਨ ਨੂੰ ਗੁਣਾ ਕਰ ਦਿਓ, ਹਮੇਸ਼ਾ ਗੁਣਨਫਲ ਸਿਫਰ ਹੀ ਹੁੰਦਾ ਹੈ। ਸੋ ਇੱਥੇ ਦਸ਼ਮਲਵ ਦੀ ਥਾਂ ਭਾਵੇਂ ਭਿੰਨ ਲਿਖਿਆ ਹੋਵੇ, ਭਾਵੇਂ ਪੂਰਨ ਸੰਖਿਆ ਲਿਖਿਆ ਹੋਵੇ, ਭਾਵੇਂ ਸੰਪੂਰਨ ਸੰਖਿਆ ਲਿਖਿਆ ਹੋਵੇ, ਭਾਵੇਂ ਪ੍ਰਾਕ੍ਰਿਤਿਕ ਸੰਖਿਆ ਲਿਖਿਆ ਹੋਵੇ, ਸਿਫਰ ਦਾ ਗੁਣਨਫਲ ਹਰ ਸੰਖਿਆ ਦੇ ਨਾਲ ਸਿਫਰ ਹੀ ਹੁੰਦਾ ਹੈ। ਸੋ ਇਹ ਗੱਲ ਸਹੀ ਹੈ। ਠੀਕ ਹੈ। ਫਿਰ ਕਹਿੰਦੇ ਇੱਕ ਦਸ਼ਮਲਵ ਸੰਖਿਆ ਨੂੰ 10 ਨਾਲ ਗੁਣਾ ਕਰਨ ਤੇ ਦਸ਼ਮਲਵ ਬਿੰਦੂ ਖੱਬੇ ਪਾਸੇ ਇੱਕ ਸਥਾਨ ਖਿਸਕਾਇਆ ਜਾਂਦਾ ਹੈ। ਇਹ ਬੱਚਿਓ ਗੱਲ ਗਲਤ ਹੈ ਤੇ ਇਹ 'ਚ ਗਲਤੀ ਕੀ ਹੈਗੀ ਹੈ? ਇਹ ਗੱਲ ਤੇ ਸਹੀ ਹੈ ਕਿ ਇੱਕ ਥਾਂ ਖਿਸਕਦਾ ਹੈ ਪਰ ਖੱਬੇ ਨਹੀਂ ਹੈ, ਸੱਜੇ ਹੋਏਗਾ। ਜੇ ਭਾਗ ਕਰੋ ਤਾਂ ਖੱਬੇ ਪਾਸੇ ਖਿਸਕੇਗਾ, 10 ਦੇ ਨਾਲ ਭਾਗ ਕਰੋ, ਪਰ ਜੇ 10 ਦੇ ਨਾਲ ਗੁਣਾ ਕਰੋ ਫਿਰ ਸੱਜੇ ਪਾਸੇ ਖਿਸਕੇਗਾ। ਸੋ ਬੱਚਿਓ ਸਾਨੂੰ ਸਵਾਲ ਕੱਲਾ ਉਹਦਾ ਆਨਸਰ ਨਹੀਂ ਚਾਹੀਦਾ ਕਿ ਸਹੀ ਹੈ ਜਾਂ ਗਲਤ ਹੈ, ਪਰ ਉਹ ਗਲਤ ਕਿਉਂ ਹੈ ਤੇ ਸਹੀ ਕਿਵੇਂ ਹੋਏਗਾ। ਜੇ ਮੈਂ ਇੱਥੇ ਖੱਬੇ ਦੀ ਜਗ੍ਹਾ ਸੱਜੇ ਲਿਖ ਦੇਵਾਂ ਫਿਰ ਜਵਾਬ ਹੋ ਜਾਏਗਾ ਸਹੀ। ਤੇ ਗੱਲ ਸਮਝਣ ਵਾਲੀ ਕਿਹੜੀ ਹੈ? 10 ਨਾਲ ਗੁਣਾ ਕਰਨ ਤੇ ਦਸ਼ਮਲਵ ਬਿੰਦੂ ਸੱਜੇ ਪਾਸੇ ਇੱਕ ਥਾਂ ਖਿਸਕਦਾ ਹੈ ਤੇ ਭਾਗ ਕਰਨ ਦੇ ਨਾਲ ਇੱਕ ਥਾਂ ਖੱਬੇ ਖਿਸਕਦਾ ਹੈ। ਸੋ ਇੱਥੇ ਜਾਂ ਤੇ 10 ਨਾਲ ਕਰੋ, ਭਾਗ ਕਰ ਦਿਓ, ਭਾਗ ਕਰਨ ਤੇ ਖੱਬੇ ਖਿਸਕੇਗਾ ਤਾਂ ਸਹੀ ਹੋ ਜਾਏਗਾ, ਤੇ ਜੇ ਇੱਥੇ ਗੁਣਾ ਲਿਖਣਾ ਤੇ ਸੱਜੇ ਲਿਖ ਦਿਓ ਤਾਂ ਸਹੀ ਹੋਏਗਾ। ਠੀਕ ਹੈ ਬੱਚਿਓ। ਸੋ ਇਸ ਕਰਕੇ ਇਹ ਜਿਹੜਾ ਕਥਨ ਹੈ, ਇਹ ਸਟੇਟਮੈਂਟ ਹੈ, ਇਹ ਗਲਤ ਹੈ। ਸੋ ਐਸੀ ਪਿਆਰੇ ਵਿਦਿਆਰਥੀਓ, ਅਭਿਆਸ 2.6 ਦੇ ਤੁਹਾਡੇ 7 ਸਵਾਲ ਤੁਸੀਂ ਇਸੇ ਤਰ੍ਹਾਂ ਮਨ ਲਗਾ ਕੇ ਨੇਮ ਦੇ ਨਾਲ, ਮਿਹਨਤ ਦੇ ਨਾਲ, ਅਨੁਸ਼ਾਸਨ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ। ਪਰਮਾਤਮਾ ਤੁਹਾਨੂੰ ਖੂਬ ਤਰੱਕੀਆਂ ਬਖਸ਼ੇ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ।